ਲੋਕੀ ਕਹਿੰਦੇ ਸੀਗੇ ਕਿ ਤੂੰ ਤਾਂ ਇੰਨਾ ਪਾਠ ਕਰਦੀ ਹੈ, ਤੂੰ ਤਾਂ ਇੰਨੀਆਂ ਮੈਨੀਫੈਸਟੇਸ਼ਨ ਵਿੱਚ ਬਿਲੀਵ ਕਰਦੀ ਹੈ, ਫਿਰ ਤੂੰ ਆਪਣੀ ਲਾਈਫ ਵਿੱਚ ਇੱਕ ਲਾਈਫ ਪਾਰਟਨਰ ਕਿਉਂ ਨਹੀਂ ਡਾਇਰੈਕਟ ਕਰ ਪਾ ਰਹੀ। ਤੇ ਲੋਕਾਂ ਦੀਆਂ ਗੱਲਾਂ ਸੱਚ ਦੱਸਾਂ ਤਾਂ ਮੈਨੂੰ ਕਾਫੀ ਪ੍ਰਭਾਵਿਤ ਕਰਦੀਆਂ ਸੀ। ਮੈਂ ਪਿਛਲੇ ਕਾਫੀ ਟਾਈਮ ਤੋਂ ਚੌਪਈ ਸਾਹਿਬ ਦਾ ਪਾਠ ਕਰ ਰਹੀ ਹਾਂ। ਮੈਂ ਬਚਪਨ ਤੋਂ ਹੀ ਸ਼ੁਰੂ ਕਰਤਾ ਸੀ, ਸ਼ਾਇਦ 4 ਜਾਂ 5 ਸਾਲ ਦੀ ਸੀਗੀ ਮੈਂ ਜਦੋਂ ਮੈਂ ਚੌਪਈ ਸਾਹਿਬ ਪੜ੍ਹਨਾ ਸ਼ੁਰੂ ਕਰਤਾ ਸੀ। ਤੇ ਇਹਨੂੰ ਮੈਂ ਆਲਮੋਸਟ ਹਰ ਰੋਜ਼ ਕਰਦੀ ਸੀ। ਹੌਲੀ ਹੌਲੀ ਜਦ ਮੈਂ ਪੜ੍ਹਨਾ ਸ਼ੁਰੂ ਕੀਤਾ ਮੈਨੂੰ ਬਾਣੀ ਕੰਠ ਹੋ ਗਈ। ਮੈਂ ਰੋਜ਼ਾਨਾ ਹਰ ਮੁਸ਼ਕਿਲ ਵਿੱਚ ਇਹ ਪਾਠ ਕਰਦੀ ਪਰ ਇੱਕ ਦਿਨ ਮੈਂ ਆਪਣੇ ਆਪ ਨੂੰ ਸਵਾਲ ਪੁੱਛਿਆ ਕਿ ਚੌਪਈ ਸਾਹਿਬ ਪੜ੍ਹ ਕੇ ਮੈਨੂੰ ਕੀ ਮਿਲਿਆ। ਮੈਨੂੰ ਲੋਕੀ ਕਹਿੰਦੇ ਸੀਗੇ ਕਿ ਤੂੰ ਤਾਂ ਇੰਨਾ ਪਾਠ ਕਰਦੀ ਹੈ, ਤੂੰ ਤਾਂ ਇੰਨੀਆਂ ਮੈਨੀਫੈਸਟੇਸ਼ਨ ਵਿੱਚ ਬਿਲੀਵ ਕਰਦੀ ਹੈ, ਫਿਰ ਤੂੰ ਆਪਣੀ ਲਾਈਫ ਵਿੱਚ ਇੱਕ ਲਾਈਫ ਪਾਰਟਨਰ ਕਿਉਂ ਨਹੀਂ ਡਾਇਰੈਕਟ ਕਰ ਪਾ ਰਹੀ। ਤੇ ਲੋਕਾਂ ਦੀਆਂ ਗੱਲਾਂ ਸੱਚ ਦੱਸਾਂ ਤਾਂ ਮੈਨੂੰ ਕਾਫੀ ਪ੍ਰਭਾਵਿਤ ਕਰਦੀਆਂ ਸੀ। ਮੈਂ ਵੀ ਆਪਣੇ ਆਪ ਨੂੰ ਪੁੱਛਦੀ ਸੀ ਕਿ ਸ਼ਾਇਦ ਮੈਂ ਪਾਠ ਗਲਤ ਕਰ ਰਹੀ ਹਾਂ ਜਾਂ ਮੈਨੂੰ ਨਹੀਂ ਆਉਂਦਾ ਕਰਨਾ, ਕਿ ਮੇਰੇ ਨਾਲ ਹੀ ਇੱਦਾਂ ਕਿਉਂ। ਤੁਸੀਂ ਸੋਚਦੇ ਹੋ ਇਹ ਗਲਤਫਹਿਮੀ ਮੇਰੇ ਵਾਂਗ ਕਈਆਂ ਦੇ ਦਿਮਾਗ ਵਿੱਚ ਹੈ। ਸਾਨੂੰ ਲੱਗਦਾ ਕਿ ਚੌਪਈ ਸਾਹਿਬ ਪੜ੍ਹ ਕੇ ਫਟਾਫਟ ਸਾਨੂੰ ਸਭ ਕੁਝ ਮਿਲ ਜਾਏਗਾ। ਅਸੀਂ ਚੌਪਈ ਸਾਹਿਬ ਨੂੰ ਇੱਕ ਜਾਦੂ ਦੀ ਛੜੀ ਸਮਝ ਬੈਠੇ ਹਾਂ। ਅਸੀਂ ਨਾ ਚੌਪਈ ਸਾਹਿਬ ਨੂੰ ਇਨਫੈਕਟ ਕਿਸੇ ਵੀ ਬਾਣੀ ਨੂੰ ਨਾ ਅਸੀਂ ਐਮਾਜ਼ਨ ਦੇ ਆਰਡਰ ਵਾਂਗ ਸਮਝ ਬੈਠੇ ਕਿ ਅਸੀਂ ਪਾਠ ਕੀਤਾ ਤੇ ਬਾਬਾ ਜੀ ਨੇ ਫਟਾਫਟ ਸਾਡੇ ਘਰ ਪਾਰਸਲ ਭਿਜਵਾਤਾ ਬਲੇਸਿੰਗਸ ਦਾ, ਖੁਸ਼ੀਆਂ ਦਾ। ਪਾਠ ਕਰੋ ਤੇ ਸਭ ਠੀਕ ਹੋ ਜਾਏਗਾ, ਪਾਠ ਕਰੋ ਤਾਂ ਪੈਸੇ ਆ ਜਾਣਗੇ, ਪਾਠ ਕਰੋ ਤਾਂ ਹੈਲਥ ਠੀਕ ਹੋ ਜਾਏਗੀ। ਪਰ ਸੱਚ ਦੱਸਾਂ ਤਾਂ ਇਦਾਂ ਨਹੀਂ ਹੁੰਦਾ। ਹੁਣ ਤੁਹਾਨੂੰ ਮੇਰੀ ਗੱਲਾਂ ਕੌੜੀਆਂ ਲੱਗਦੀਆਂ ਹੋਣਗੀਆਂ ਜਾਂ ਮੇਰੀ ਗੱਲਾਂ ਤੁਹਾਨੂੰ ਲੱਗਦੀਆਂ ਹੋਣਗੀਆਂ ਕਿ ਬਹੁਤ ਆਪੋਜ਼ਿਟ ਬੋਲ ਰਹੀ ਹੈ ਜੋ ਬਾਕੀ ਕਥਾਵਾਚਕ ਬੋਲਦੇ ਆ, ਪਰ ਮੈਂ ਕੋਈ ਕਥਾਵਾਚਕ ਨਹੀਂ ਹਾਂ ਤੇ ਮੈਂ ਨਾ ਹੀ ਤੁਹਾਨੂੰ ਉੱਦਾਂ ਦੀਆਂ ਮੇਰੇ ਅੰਦਰ ਕੁਝ ਸਿੱਖਿਆਵਾਂ ਨੇ ਜੋ ਮੈਂ ਦੱਸ ਰਹੀ ਹਾਂ, ਪਰ ਮੈਂ ਇਹ ਦੱਸ ਰਹੀ ਹਾਂ ਕਿ ਸਾਡਾ ਮਾਈਂਡਸੈਟ ਕਿਸ ਤਰ੍ਹਾਂ ਬਣਿਆ ਹੋਇਆ ਹੈ। ਚੌਪਈ ਸਾਹਿਬ ਕੋਈ ਆਰਡਰ ਦੇਣ ਵਾਲੀ ਮਸ਼ੀਨ ਨਹੀਂ ਹੈ, ਕੋਈ ਵੀ ਬਲਿੰਕਿਟ, ਸਵਿਗੀ, ਜ਼ੋਮੈਟੋ ਵਰਗੀ ਮਸ਼ੀਨ ਨਹੀਂ ਹੈ। ਅਗਰ ਤੁਸੀਂ ਇੱਦਾਂ ਸੋਚਦੇ ਹੋ ਤਾਂ ਤੁਸੀਂ ਬਿਲਕੁਲ ਗਲਤ। ਤੁਸੀਂ ਇਹ ਗੱਲ ਨੂੰ ਨਹੀਂ ਸਮਝੋਗੇ ਤੁਹਾਨੂੰ ਚੌਪਈ ਸਾਹਿਬ ਦਾ ਫਾਇਦਾ ਵੀ ਨਹੀਂ ਮਿਲਣਾ, ਕਿਉਂਕਿ ਸਾਡੇ ਦੁੱਖ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਨੇ। ਅਗਰ ਸਾਨੂੰ ਲੱਗਦਾ ਹੈ ਕਿ ਯਾਰ ਮੈਂ ਤਾਂ ਇੰਨਾ ਪਾਠ ਕਰ ਰਿਹਾ ਫਿਰ ਵੀ ਮੇਰੀ ਜ਼ਿੰਦਗੀ 'ਚ ਦੁੱਖ ਹੈ, ਇਹਦਾ ਮਤਲਬ ਪਾਠ ਕਰਨ ਦਾ ਫਾਇਦਾ ਹੀ ਨਹੀਂ, ਇਹਦਾ ਮਤਲਬ ਮੈਨੂੰ ਪਾਠ ਨਹੀਂ ਕਰਨਾ ਚਾਹੀਦਾ, ਇਹਦਾ ਮਤਲਬ ਮੈਨੂੰ ਬਾਣੀ 'ਚ ਨਹੀਂ ਵਿਸ਼ਵਾਸ ਕਰਨਾ ਚਾਹੀਦਾ। ਇਹ ਸਭ ਗਲਤ ਹੈ। ਪਾਠ ਕਰਨ ਦੇ ਨਾਲ ਕੀ ਹੁੰਦਾ, ਕੋਈ ਵੀ ਪਾਠ ਕਰਨ ਦੇ ਨਾਲ ਸਾਡੇ ਦੁੱਖ ਉੱਥੇ ਦੇ ਉੱਥੇ ਹੀ ਰਹਿੰਦੇ ਆ, ਪਰ ਹੁੰਦਾ ਕੀ ਹੈ ਸਾਨੂੰ ਤਾਕਤ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਰਿਅਲਾਈਜ਼ ਨਹੀਂ ਹੁੰਦਾ, ਜਿੱਦਾਂ ਜਿਮ 'ਚ ਜਾ ਕੇ ਸਾਡੀ ਬੋਡੀ ਇੱਕ ਦਿਨ 'ਚ ਨਹੀਂ ਬਣਦੀ, ਉਹਦਾ ਹਰ ਰੋਜ਼ ਪਾਠ ਕਰਨ ਦੇ ਨਾਲ ਸਾਡੀ ਸੋਚ ਹੌਲੀ ਹੌਲੀ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ। ਚੌਪਈ ਸਾਹਿਬ ਨੇ ਮੈਨੂੰ ਦੁੱਖ ਤੋਂ ਕਦੇ ਨਹੀਂ ਬਚਾਇਆ, ਪਰ ਮੈਨੂੰ ਦੁੱਖ ਨਾਲ ਲੜਨ ਦੀ ਹਿੰਮਤ ਦਿੱਤੀ। ਚੌਪਈ ਸਾਹਿਬ ਨੇ ਮੇਰੀ ਹੈਲਥ ਇੱਕਦਮ ਠੀਕ ਨਹੀਂ ਕੀਤੀ, ਪਰ ਉਸ ਹੈਲਥ ਜਦ ਮੇਰੀ ਠੀਕ ਨਹੀਂ ਸੀ ਉਸ ਟਾਈਮ ਪੀਰੀਅਡ 'ਚ ਮੈਨੂੰ ਸਬਰ ਦੇਣਾ ਸ਼ੁਰੂ ਕੀਤਾ। ਇਹਨੇ ਮੈਨੂੰ ਪੈਸੇ ਨਹੀਂ ਦਿੱਤੇ, ਪਰ ਮੇਰੇ ਵਿੱਚ ਇੱਕ ਵਿਸ਼ਵਾਸ ਜਗਾਇਆ ਕਿ ਮੈਂ ਆਪਣਾ YouTube ਚੈਨਲ ਖੋਲ੍ਹਾਂ ਤੇ ਮੈਂ ਇਹਦੇ ਥਰੂ ਮਿਹਨਤ ਕਰਕੇ ਪੈਸੇ ਕਮਾਵਾਂ। ਸਾਨੂੰ ਪਾਠ ਤੋਂ ਆਈਡੀਆਜ਼ ਮਿਲ ਸਕਦੇ ਨੇ, ਸਾਨੂੰ ਪਾਠ ਤੋਂ ਸਬਰ ਮਿਲ ਸਕਦਾ, ਸਾਨੂੰ ਪਾਠ ਤੋਂ ਹਿੰਮਤ ਮਿਲ ਸਕਦੀ ਹੈ, ਸਾਨੂੰ ਪਾਠ ਤੋਂ ਪ੍ਰੋਟੈਕਸ਼ਨ ਲਈ ਕਰੇਜ ਮਿਲ ਸਕਦਾ, ਬਟ ਐਟ ਦ ਐਂਡ ਲੜਾਈ ਸਾਡੀ ਆਪਣੀ ਹੈ, ਅਸੀਂ ਖੁਦ ਹੀ। ਮੈਂ ਚੌਪਈ ਸਾਹਿਬ ਦਾ ਪਾਠ ਕਰਦੀ ਹਾਂ ਜਾਂ ਸੁਣਦੀ ਹਾਂ, ਮੇਰੇ ਅੰਦਰ ਦੀ ਹੌਲੀ ਹੌਲੀ ਜਿਹੜੀ ਨੈਗੇਟਿਵਿਟੀ ਹੁੰਦੀ ਹੈ ਨਾ ਉਹ ਹੌਲੀ ਹੌਲੀ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇੱਕਦਮ ਨਹੀਂ ਹੁੰਦਾ, ਕਿਉਂਕਿ ਇਹ ਤਾਂ ਨਹੀਂ ਹੈ ਕਿ ਕੋਈ ਮੈਜਿਕ ਸਪੈਲ ਹੈ ਕਿ ਤੁਸੀਂ ਫਟਾਫਟ ਹੀ ਸਭ ਕੁਝ ਠੀਕ ਹੋ ਜਾਏਗਾ, ਬਟ ਕਿਉਂਕਿ ਅਗਰ ਇਹ ਮੈਜਿਕ ਸਪੈਲ ਹੀ ਹੁੰਦਾ ਤਾਂ ਬਾਬਾ ਜੀ 4 ਬੱਚਿਆਂ ਦੀ ਸ਼ਹੀਦੀ ਨਾ ਦਿੰਦੇ, ਉਹਨਾਂ ਨੂੰ ਕਹਿੰਦੇ ਤੁਸੀਂ ਚੌਪਈ ਸਾਹਿਬ ਦਾ ਪਾਠ ਕਰ ਲਓ ਤੁਹਾਨੂੰ ਕੁਝ ਨਹੀਂ ਹੋਣ ਵਾਲਾ। ਪਰ ਬਾਬਾ ਜੀ ਦੇ ਬੱਚਿਆਂ ਨੇ ਚੌਪਈ ਸਾਹਿਬ ਦਾ ਪਾਠ, ਸਾਰੀ ਬਾਣੀਆਂ ਦਾ ਪਾਠ ਕੀਤਾ ਤੇ ਉਹਨਾਂ ਨੂੰ ਕਰੇਜ ਮਿਲੀ, ਤਾਂ ਜਾ ਕੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਹੁਣ ਆਪਾਂ ਉਹਨਾਂ ਵਰਗੇ ਤਾਂ ਨਹੀਂ ਬਣ ਸਕਦੇ, ਪਰ ਆਪਾਂ ਉਹਨਾਂ ਦੀ ਸਿੱਖਿਆਵਾਂ ਤੋਂ ਕੁਝ ਸਿੱਖ ਸਕਦੇ ਹਾਂ ਕਿ ਬਾਣੀ ਪੜ੍ਹਨ ਦੇ ਨਾਲ ਸਾਡੇ ਅੰਦਰ ਡਿਵਾਈਨ ਪ੍ਰੋਟੈਕਸ਼ਨ ਆਉਂਦੀ ਹੈ, ਸਾਡੇ ਅੰਦਰ ਹਿੰਮਤ ਆਉਂਦੀ ਹੈ। ਪਾਠ ਨੇ ਸਾਨੂੰ ਤਾਕਤ ਦੇਣੀ ਹੈ ਦੁਨੀਆ ਨਾਲ ਲੜਨ ਦੀ, ਆਪਣੀ ਸੋਚ ਨਾਲ ਲੜਨ ਦੀ, ਆਪਣੇ ਅੰਦਰ ਦੀ ਨੈਗੇਟਿਵਿਟੀ ਦੇ ਨਾਲ ਲੜਨ ਦੀ। ਪਾਠ ਦੇ ਸ਼ਬਦਾਂ ਨੇ, ਪਾਠ ਦੇ ਬੋਲਾਂ ਨੇ ਸਾਨੂੰ ਸ਼ਾਂਤੀ ਦੇਣੀ ਹੈ, ਪੀਸ ਆਫ ਮਾਈਂਡ ਦੇਣਾ। ਹੁਣ ਅਗਰ ਮੈਂ ਇਹ ਕਹਿੰਦੀ ਹਾਂ ਕਿ ਮੈਨੂੰ ਪਾਠ, ਚੌਪਈ ਸਾਹਿਬ ਦੇ ਪਾਠ ਨੇ ਮੇਰੇ ਦੁੱਖ ਹੱਲ ਨਹੀਂ ਕੀਤੇ, ਚੌਪਈ ਸਾਹਿਬ ਦੇ ਪਾਠ ਨੇ ਮੈਨੂੰ ਡਿਪੈਂਡੇਬਲ ਬਣਾਇਆ। ਡਿਪੈਂਡੇਬਲ ਕਿਸ ਤੇ? ਲੋਕਾਂ ਤੇ ਨਹੀਂ, ਪਰ ਰੱਬ ਦੇ ਭਰੋਸੇ ਤੇ। ਚੌਪਈ ਸਾਹਿਬ ਨੇ ਮੇਰੇ ਦੁੱਖ ਨਹੀਂ ਕੱਟੇ, ਪਰ ਚੌਪਈ ਸਾਹਿਬ ਨੇ ਮੈਨੂੰ ਮਨ ਦੀ ਸ਼ਾਂਤੀ ਦਿੱਤੀ, ਪੀਸ ਆਫ ਮਾਈਂਡ ਦਿੱਤਾ, ਜੋ ਅਸੀਂ ਇਸ ਦੁਨੀਆ ਵਿੱਚ ਇੱਧਰ ਉੱਧਰ ਲੱਭਦੇ ਰਹਿੰਦੇ ਪਰ ਸਾਨੂੰ ਨਹੀਂ ਮਿਲਦਾ। ਚੌਪਈ ਸਾਹਿਬ ਨੇ ਮੈਨੂੰ ਹਰ ਮੁਸ਼ਕਿਲ ਤੋਂ ਨਹੀਂ ਬਚਾਇਆ, ਪਰ ਚੌਪਈ ਸਾਹਿਬ ਨੇ ਮੈਨੂੰ ਹਰ ਮੁਸ਼ਕਿਲ ਨਾਲ ਲੜਨ ਦੀ ਹਿੰਮਤ ਦਿੱਤੀ, ਤਾਕਤ ਦਿੱਤੀ। ਇਹਨੇ ਮੇਰੇ ਅੰਦਰ ਇੱਕ ਅਨਵੇਵਰਿੰਗ ਫੇਥ ਪੈਦਾ ਕੀਤਾ ਕਿ ਮੈਂ ਹਰ ਮੁਸ਼ਕਿਲ ਨਾਲ ਲੜ ਸਕਦੀ ਹਾਂ, ਮੈਂ ਹਰ ਹਾਲ ਵਿੱਚ ਆਪਣੇ ਆਪ ਨੂੰ ਸੰਭਾਲ ਸਕਦੀ ਹਾਂ। ਸੋ ਅੱਜ ਤੋਂ ਬਾਅਦ ਜਦ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਦੇ ਹੋ, ਇਹ ਨਾ ਸੋਚੋ ਕਿ ਕੋਈ ਜਾਦੂ ਦੀ ਛੜੀ ਹੈ, ਪਰ ਇਹ ਸੋਚੋ ਤੁਸੀਂ ਆਪਣੇ ਅੰਦਰ ਦੀ ਤਾਕਤ ਨੂੰ ਜਗਾ ਰਹੇ ਹੋ, ਤੁਸੀਂ ਆਪਣੇ ਅੰਦਰ ਦੀ ਸ਼ਕਤੀ ਨੂੰ ਸਪਿਰਿਚੁਅਲ ਅਪਲਿਫਟਮੈਂਟ ਦੇ ਰਹੇ ਹੋ। ਇਹ ਸੋਚੋ ਕਿ ਤੁਸੀਂ ਗੁਰੂ ਨਾਲ ਜੁੜ ਰਹੇ ਹੋ। ਬੇਸਿਕਲੀ ਕੋਈ ਵੀ ਪਾਠ ਜਦੋਂ ਆਪਾਂ ਕਰਦੇ ਹਾਂ
ਸਾਨੂੰ ਉਹਦਾ ਇਨਸਟੈਂਟ ਰਿਜ਼ਲਟ ਨਹੀਂ ਮਿਲਦਾ, ਪਰ ਸਾਡੇ ਅੰਦਰ ਸ਼ਾਂਤੀ ਆ ਜਾਂਦੀ ਕਿ ਹਾਂ ਹੁਣ ਮੈਂ ਪਾਠ ਕਰ ਲਿਆ, ਹੁਣ ਮੇਰੇ ਨਾਲ ਸਭ ਠੀਕ ਹੋ ਜਾਏਗਾ। ਆਈਡੀਆਜ਼ ਆਉਣੇ ਸ਼ੁਰੂ ਹੋ ਜਾਂਦੇ, ਲੋਕੀ ਸਾਨੂੰ ਇਦਾਂ ਦੇ ਸਾਡੀ ਲਾਈਫ 'ਚ ਕਨੈਕਟ ਸਾਨੂੰ ਮਿਲਣਾ ਸ਼ੁਰੂ ਕਰ ਦਿੰਦੇ, ਜਿਹੜੇ ਸਾਨੂੰ ਸਾਡੀ ਮੁਸੀਬਤਾਂ ਦਾ ਰਸਤਾ ਦਿਖਾਉਂਦੇ ਨੇ। ਸਾਡੀ ਪ੍ਰੋਬਲਮਸ ਦਾ ਸੋਲੂਸ਼ਨ ਸਾਡੇ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਕਿਸੇ ਦੇ ਥਰੂ। ਚੁਪਾਈ ਸਾਹਿਬ ਦਾ ਪਾਠ ਦੇ ਅੰਦਰ ਇੰਨੀ ਤਾਕਤ ਹੈ ਕਿ ਸਾਨੂੰ ਦੱਸਦੀ ਕਿ ਅਸੀਂ ਇਕੱਲੇ ਨਹੀਂ ਆ, ਸਾਡੇ ਨਾਲ ਬਾਬਾ ਜੀ ਹੈਗੇ ਆ। ਲੜਾਈ ਸਾਡੀ ਆਪਣੀ ਹੈ, ਪਰ ਬਾਬਾ ਜੀ ਇਹ ਜਿਵੇਂ ਹੁੰਦਾ ਨਹੀਂ ਕਿ ਬੈਕ ਸਪੋਰਟ ਤੇ ਖੜੇ ਕਿ ਸਾਡਾ ਸਾਥ ਦੇ ਰਹੇ। ਇਹ ਹੈ ਚੁਪਾਈ ਸਾਹਿਬ। ਤੇ ਇਹ ਪਾਠ ਤੁਹਾਨੂੰ ਜਾਦੂ ਨਹੀਂ ਦਿੰਦਾ, ਪਰ ਤੁਹਾਨੂੰ ਸ਼ਕਤੀ ਦਿੰਦਾ। ਰੱਬ ਤੇ ਭਰੋਸਾ ਤਾਂ ਹੈ ਹੀ, ਪਰ ਇਹ ਆਪਣੇ ਆਪ ਤੇ ਵੀ ਭਰੋਸਾ ਹੈ, ਤੇ ਰੱਬ ਇਹੀ ਭਰੋਸੇ ਨੂੰ ਕਦੀ ਟੁੱਟਣ ਨਹੀਂ ਦੇਗਾ। ਸੋ ਜਦ ਵੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਹੋ, ਹਮੇਸ਼ਾ ਇਹ ਯਾਦ ਰੱਖਣਾ ਕਿ ਤੁਹਾਡੇ ਅੰਦਰ ਤਾਕਤ ਆਉਣ ਵਾਲੀ ਹੈ, ਤੁਸੀਂ ਆਪਣੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਹੋ। ਸੋ ਅਗਰ ਤੁਸੀਂ ਸੋਚੋਗੇ ਕਿ ਇਹਨੇ ਗਲਤ ਬੋਲਿਆ, ਤਾਂ ਮੈਂ ਇਹ ਤੁਹਾਨੂੰ ਕੁਐਸਚਨ ਪੁੱਛਣਾ ਚਾਹੂੰਗੀ ਕਿ ਚੁਪਾਈ ਸਾਹਿਬ ਨੇ ਤੁਹਾਨੂੰ ਕੀ ਦਿੱਤਾ? ਤੁਹਾਡੇ ਦੁੱਖ ਕੱਟੇ ਗਏ ਜਾਂ ਤੁਹਾਨੂੰ ਦੁੱਖਾਂ ਨਾਲ ਲੜਨ ਦੀ ਹਿੰਮਤ ਮਿਲੀ? ਕਮੈਂਟ ਵਿੱਚ ਮੈਨੂੰ ਜ਼ਰੂਰ ਦੱਸਣਾ।